ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਆਪਾਂ ਨੇ ਤਰਲੋਕੀ ਦਾ ਅੱਜ ਵਿਚਾਰ ਕਰਨੀ ਹੈ ਵੀ ਤਰਲੋਕੀ ਤੋਂ ਨਿਕਲ ਕੇ ਮਨ ਨੇ ਕਿਸ ਤਰ੍ਹਾਂ ਆਪਦੇ ਘਰ ਵਾਪਸ ਜਾਣਾ ਹੈ। ਕਿਉਂਕਿ ਆਪਾਂ ਇਸ ਸੰਸਾਰ ਦੇ ਵਿੱਚ ਇੱਕ ਖੇਡ ਵਿੱਚ ਸ਼ਾਮਲ ਹੋ ਚੁੱਕੇ ਹਾਂ, ਜਿਸ ਨੂੰ ਗੁਰਬਾਣੀ ਦੇ ਵਿੱਚ ਦਿਵਸ ਰਾਤ ਦਾ ਨਾਂ ਦੇ ਕੇ ਸਾਰਾ ਸੰਸਾਰ ਇਸ ਖੇਡ ਦੇ ਵਿੱਚ ਸ਼ਾਮਲ ਮਹਾਰਾਜ ਨੇ ਦੱਸਿਆ ਹੈ। ਤਿੰਨੇ ਲੋਕ 84 ਲੱਖ ਜੂਨ ਇਸ ਖੇਲ ਨੂੰ ਖੇਲ ਰਹੀ ਹੈ ਤੇ ਸਿਰਫ ਅਤੇ ਸਿਰਫ ਇੱਕ ਮਨੁੱਖ ਜਾਮਾ ਹੈ ਜਿਹੜਾ ਇਸ ਖੇਲ ਦੀ ਵਿਚਾਰ ਕਰਕੇ ਉਹ ਵਾਪਸ ਆਪਣੇ ਘਰ ਜਾ ਸਕਦਾ ਹੈ, ਜਿਹੜਾ ਉਸ ਨਿਰਵਾਣ ਪਦ ਦੀ ਖੋਜ ਕਰ ਸਕਦਾ ਹੈ, ਚੌਥੇ ਪਦ ਦੀ ਖੋਜ ਕਰ ਸਕਦਾ ਹੈ ਤੇ ਖੇਡ ਨੂੰ ਜਿੱਤ ਸਕਦਾ ਹੈ। ਆਓ ਉਸ ਸੰਬੰਧ ਵਿੱਚ ਗੁਰਬਾਣੀ ਦੇ ਵਿੱਚ ਇਸ ਤਰਲੋਕੀ ਦੇ ਵਿਚਾਰੇ ਬਾਰੇ ਜੋ ਬਚਨ ਕੀਤੇ ਨੇ ਆਪਾਂ ਉਸ ਨੂੰ ਵਿਚਾਰੀਏ। ਸੋ ਗੁਰਮੁਖੋ, ਜਦੋਂ ਅਕਾਲ ਪੁਰਖ ਨੇ ਸੰਸਾਰ ਦਾ ਖੇਲ ਰਚਿਆ, ਉਹ ਤਿੰਨਾਂ ਗੁਣਾਂ ਦੇ ਵਿੱਚ ਰਚਿਆ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਤ੍ਰੈ ਗੁਣ ਮੈਂ ਕੀਨੋ ਵਿਸਥਾਰ। ਤਿੰਨਾਂ ਗੁਣਾਂ ਦੇ ਵਿੱਚ ਇਸ ਖੇਲ ਨੂੰ ਰਚ ਕੇ ਉਹਨਾਂ ਨੇ ਜਿਹੜੀ ਪਾਉਣ ਹੈ, ਸਵਾਸ ਨੇ, ਇਹ ਕਲਾ ਆਪ ਦੇ ਕੋਲ ਰੱਖੀ ਹੈ। ਇਹਨਾਂ ਤਿੰਨਾਂ ਗੁਣਾਂ ਨੂੰ ਹੀ ਜੋ ਸਤੋ ਗੁਣ ਹੈ, ਇਸ ਨੂੰ ਆਕਾਸ਼ ਲੋਕ, ਰਜੋ ਗੁਣ ਨੂੰ ਭੂਮ ਲੋਕ ਤੇ ਤਮੋ ਗੁਣ ਨੂੰ ਪਤਾਲ ਲੋਕ ਕਿਹਾ ਹੈ। ਇਹਨਾਂ ਤਿੰਨਾਂ ਨੂੰ ਇਕੱਠਿਆਂ ਹੀ ਤਰਲੋਕੀ ਕਹਿ ਦਿੱਤਾ ਹੈ। ਇਸ ਤਰਲੋਕੀ ਦੇ ਵਿੱਚ ਮਨ ਨਿਸ਼ਚਿਤ ਸਵਾਸਾਂ ਦੀ ਪੂੰਜੀ ਲੈ ਕੇ ਆਉਂਦਾ ਹੈ। ਜਦੋਂ ਹੀ ਨਿਰੰਕਾਰ ਨੇ ਇਸ ਸ੍ਰਿਸ਼ਟੀ ਦਾ ਖੇਲ ਰਚਿਆ, ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਤ੍ਰੈ ਗੁਣ ਮੈਂ ਕੀਨੋ ਵਿਸਥਾਰ, ਜਾ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਣ ਰਹਾਇਆ, ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਇਂਦਾ। ਵੀ ਜਦੋਂ ਇਹਨਾਂ ਨੂੰ ਹੀ ਅੱਗੇ ਚੱਲ ਕੇ ਵਿਸ਼ਨ, ਬ੍ਰਹਮਾ ਤੇ ਮਹੇਸ਼ ਕਹਿ ਦਿੱਤਾ ਹੈ। ਇਹ ਜਿਹੜੇ ਨੇ ਇਹ ਸੂਖਮ ਨੇ। ਮਨ ਜਿਸ ਤਰ੍ਹਾਂ ਆਪਣਾ ਸੂਖਮ ਹੈ ਸਾਰਿਆਂ ਦਾ, ਮਨ ਦਾ ਮਾਤਾ ਪਿਤਾ ਜੋ ਪਰਮਾਤਮਾ ਹੈ ਉਹ ਵੀ ਸੂਖਮ ਹੈ, ਜੋਤ ਸਰੂਪ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਜਿਹੋ ਜਿਹਾ ਮਾਤਾ ਪਿਤਾ, ਉਹੋ ਜਿਹਾ ਮਨ ਬੱਚਾ ਜੋਤ ਸਰੂਪ, ਉਹੋ ਜੀ ਇਹ ਖੇਲ ਦੀ ਗਰਾਊਂਡ ਤ੍ਰੈ ਗੁਣ ਤਰਲੋਕੀ, ਇਹ ਵੀ ਸੂਖਮ ਨੇ। ਤੇ ਇਹ ਤ੍ਰੈ ਗੁਣ, ਇਹ ਮਾਇਆ, ਇਹ ਸ਼ਕਤੀ ਹੈ ਕਾਲ ਦੀ, ਜਿਸ ਦੇ ਅੰਦਰ, ਜਿਸ ਦੇ ਅਧੀਨ ਆਪਣਾ ਮਨ ਖੇਲਣ ਆ ਗਿਆ ਹੈ। ਹੁਣ ਖੇਲ ਸਾਰਾ ਸੂਖਮ ਹੀ ਚੱਲ ਰਿਹਾ ਹੈ। ਜੋ ਨਜ਼ਰ ਆ ਰਿਹਾ ਹੈ ਉਹ ਹਨ ਪੰਜ ਤੱਤ, ਜਿਨ੍ਹਾਂ ਤੋਂ ਸਾਡੀ ਇਹ ਕਾਇਆ, ਸਾਡਾ ਇਹ ਸਰੀਰ ਬਣਿਆ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ ਪੰਜ ਤੱਤ ਮਿਲ ਕਾਇਆ ਕੀਨੀ, ਇਹ ਤੱਤ ਕਹਾਂ ਤੇ ਕੀਨ ਰੇ। ਤੱਤ ਵੀ ਸੁੰਨ ਵਿੱਚੋਂ ਹੀ ਪੈਦਾ ਹੁੰਦੇ ਨੇ।
ਸਿਰਫ ਤੱਤ ਸਾਨੂੰ ਨਜ਼ਰ ਆ ਰਹੇ ਨੇ। ਪੰਜਾਂ ਤੱਤਾਂ ਦੀ ਇਹ ਸ੍ਰਿਸ਼ਟੀ ਹੈ, ਇਹ ਸਾਨੂੰ ਨਜ਼ਰ ਆ ਰਹੀ ਹੈ। ਪਰ ਜਿਹੜਾ ਅੰਦਰ ਖੇਲ ਰਿਹਾ ਹੈ ਸੂਖਮ ਰੂਪ ਮਨ, ਜਾਂ ਜਿਹੜੇ ਇਸ ਮਨ ਦੇ ਨਾਲ ਖੇਲ ਰਹੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਵਿਚਾਰ ਪੈਦਾ ਕਰਦੇ ਨੇ, ਜਾਂ ਜੋ ਸ਼ਬਦ ਹੈ ਜੋ ਸੁਣ ਵਿੱਚੋਂ, ਚੌਥੀ ਸੁਣ ਵਿੱਚੋਂ ਪੈਦਾ ਹੋ ਰਿਹਾ ਹੈ, ਇਹ ਸਭ ਸੂਖਮ ਰੂਪ ਹੈ। ਇਸ ਨੂੰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ, ਜਿਸ ਤਰ੍ਹਾਂ ਬੀਜ ਧਰਤੀ ਦੇ ਵਿੱਚ ਦੱਬਿਆ ਹੋਇਆ ਹੈ, ਬੀਜ ਨਜ਼ਰ ਨਹੀਂ ਆਉਂਦਾ, ਪਰ ਜੋ ਉਸ ਤੋਂ ਅੱਗੇ ਦਰਖਤ ਪੈਦਾ ਹੁੰਦਾ ਹੈ, ਉਸ ਨੂੰ ਫਲ ਲੱਗ ਰਿਹਾ ਹੈ, ਉਹ ਸਾਨੂੰ ਨਜ਼ਰ ਆਉਂਦਾ ਹੈ। ਇਸੇ ਤਰੀਕੇ ਨਾਲ ਮਹਾਰਾਜ ਦੱਸ ਰਹੇ ਨੇ ਵੀ ਖੇਲ ਸ਼ਬਦ ਦੁਆਰਾ ਸੂਖਮ ਚੱਲ ਰਿਹਾ ਹੈ। ਸ਼ਬਦ ਨੂੰ ਗੁਪਤ ਕਰ ਦਿੱਤਾ ਗਿਆ ਹੈ, ਸੰਸਾਰ ਨੂੰ ਪ੍ਰਗਟ ਕਰ ਦਿੱਤਾ ਗਿਆ ਹੈ। ਸੰਸਾਰ ਨਜ਼ਰ ਆ ਰਿਹਾ ਹੈ, ਸ਼ਬਦ ਨਜ਼ਰ ਨਹੀਂ ਆ ਰਿਹਾ। ਸੰਸਾਰ ਨੂੰ ਪ੍ਰਗਟ ਕਰਨ ਵਾਲਾ, ਪੈਦਾ ਕਰਨ ਵਾਲਾ ਉਹ ਨਜ਼ਰ ਨਹੀਂ ਆ ਰਿਹਾ। ਖੇਲ ਸੂਖਮ ਚੱਲ ਰਿਹਾ ਹੈ। ਮਨ ਨਜ਼ਰ ਨਹੀਂ ਆ ਰਿਹਾ ਜਿਹੜਾ ਇਸ ਤਨ ਵਿੱਚ ਆਇਆ ਹੋਇਆ ਹੈ। ਹੁਣ ਐਸੀ ਅਵਸਥਾ ਇਹ ਖੇਲ ਮਹਾਰਾਜ ਨੇ ਵਿਚਾਰ ਕੇ ਫਿਰ ਗੁਰਮੁਖਾਂ ਨੂੰ ਸਮਝਾਇਆ ਵੀ ਜੇ ਤੁਸੀਂ ਖੇਲ ਨੂੰ ਸਮਝ ਕੇ ਖੇਲੋਗੇ ਤੇ ਫਿਰ ਤ੍ਰੈ ਗੁਣਾਂ ਦੇ ਵਿੱਚੋਂ ਮਨ ਆਜ਼ਾਦ ਹੋ ਕੇ ਨਿਜ ਘਰ ਦੇ ਵਿੱਚ ਵਾਪਸ ਚਲਾ ਜਾਏਗਾ। ਤੇ ਜੇ ਤੁਸੀਂ ਇਸ ਖੇਲ ਵਿੱਚ ਸਿੱਧਾ ਹੀ ਸ਼ਾਮਲ ਹੋ ਗਏ, ਤੁਸੀਂ ਗੁਰੂ ਧਾਰਨ ਨਾ ਕੀਤਾ, ਤੁਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਗਏ, ਤੁਸੀਂ ਆਪ ਦੀ ਮੱਤ ਦੁਆਰਾ ਸਿੱਧਾ ਹੀ ਪਾਉਣ ਵਿੱਚ ਮਿਲੇ ਤੇ ਵਿਚਾਰਾਂ ਵਿੱਚ ਸ਼ਾਮਲ ਹੋ ਗਏ, ਤੇ ਫਿਰ ਤੁਹਾਡੇ ਇੱਥੇ ਮਨ ਦਾ ਸੰਤੁਲਨ ਵਿਗੜ ਜਾਏਗਾ। ਇਹ ਕਾਲ ਤੇ ਕਾਲ ਦੇ ਦੂਤ ਤੁਹਾਡੇ ਇੱਥੇ ਪੈਰ ਨਹੀਂ ਲੱਗਣ ਦੇਣਗੇ। ਤੁਸੀਂ ਡੁੱਬ ਜਾਓਗੇ, ਇਸ ਭਵ ਸਾਗਰ ਨੂੰ ਤਰ ਨਹੀਂ ਸਕੋਗੇ। ਇਸ ਕਰਕੇ ਮਹਾਰਾਜ ਨੇ ਇਹ ਖੇਲ ਸਮਝਾਇਆ ਹੈ, ਤੇ ਜਿਸ ਨੂੰ ਖੇਲ ਸਮਝਾਉਂਦਾ ਹੈ ਉਸੇ ਨੂੰ ਗੁਰਮੁਖ ਕਹਿੰਦੇ ਨੇ। ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਹੈ, ਸ਼ਿਵ ਸ਼ਕਤ ਆਪ ਉਪਾਇ ਕੇ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ, ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਇੱਕ ਸਿਉ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਉਸ ਗੁਰਮੁਖ ਨੂੰ ਖੇਲ ਸਮਝਾਉਂਦਾ ਹੈ ਜਿਸ ਨੂੰ ਗੁਰੂ ਦੇ ਕੋਲ ਲੈ ਜਾਂਦਾ ਹੈ। ਗੁਰਮੁਖ ਨੂੰ ਸਿੱਧਾ ਵੀ ਉਠਾ ਲੈਂਦਾ ਹੈ। ਇਹ ਉਸ ਦੀ ਆਪ ਦਾ ਖੇਲ ਹੈ, ਕਿਉਂਕਿ ਪ੍ਰਮਾਤਮਾ ਦਾ ਹੀ ਸਾਰਾ ਖੇਲ ਹੈ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਹੋ ਸਕਦਾ ਹੈ ਉਹ ਗੁਰਮੁਖ ਨੂੰ ਅੰਦਰੋਂ ਸਿੱਧਾ ਹੀ ਚੌਥੇ ਪਦ ਵਿੱਚੋਂ ਜਗਾ ਲਵੇ। ਹੋ ਸਕਦਾ ਹੈ ਉਸ ਨੂੰ ਗੁਰੂ ਦੇ ਰਾਹੀਂ ਆਵਾਜ਼ ਦੇ ਕੇ ਫਿਰ ਅੰਦਰੋਂ ਉਠਾਏ। ਇਹ ਉਸ ਦਾ ਆਪ ਦਾ ਖੇਲ ਹੈ, ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਵੀ ਦੱਸ ਰਹੇ ਨੇ। ਪਿੱਕੀ ਅਵਸਥਾ ਹੈ, ਕਾਇਆ ਮਹਿਲ ਮੰਦਰ ਘਰ ਹਰ ਕਾ, ਤਿਸ ਮੈਂ ਰੱਖੀ ਜੋਤ ਅਪਾਰ, ਨਾਨਕ ਗੁਰਮੁਖ ਮਹਿਲ ਬੁਲਾਈਏ, ਹਰ ਮੇਲੇ ਮੇਲਣ ਹਾਰ। ਗੁਰਮੁਖ ਨੂੰ ਮਹਿਲ ਵਿੱਚ ਬੁਲਾ ਲੈਂਦਾ ਹੈ, ਚਾਹੇ ਗੁਰੂ ਦੇ ਰਾਹੀਂ ਬੁਲਾਇਆ, ਚਾਹੇ ਸਿੱਧਾ ਬੁਲਾ ਲਿਆ, ਇਹ ਆਪ ਦੀ ਉਸ ਦੀ ਇੱਛਾ ਹੈ। ਜਦੋਂ ਫਿਰ ਉਸ ਨੂੰ ਅੰਦਰ ਸੱਦ ਕੇ ਅਗੰਮ ਦੇ ਵਿੱਚ ਚੌਥੇ ਪਦ ਵਿੱਚ ਫਿਰ ਉਸ ਨੂੰ ਇਹ ਖੇਲ ਦਿਖਾਉਂਦਾ ਹੈ ਵੀ ਇਹ ਮੇਰਾ ਤਮਾਸ਼ਾ ਹੈ, ਇਸ ਨੂੰ ਮੈਂ ਮਾਇਆ ਦੁਆਰਾ, ਵਿਚਾਰਾਂ ਦੁਆਰਾ, ਕਾਲ ਦਾ ਇਹ ਖੇਲ ਮੈਂ ਤਿਆਰ ਕੀਤਾ ਹੈ। ਇਸ ਨੂੰ ਸ਼ਕਤੀ ਕਿਹਾ ਹੈ। ਜਿੱਥੇ ਅੰਤਰਗਤ ਨਾਮ ਹੈ, ਚੌਥੇ ਪਦ ਦੇ ਵਿੱਚ ਸ਼ਬਦ ਹੈ, ਇਸ ਨੂੰ ਸ਼ਿਵ ਕਰ ਕਿਹਾ ਹੈ ਵੀ ਇਸ ਸ਼ਿਵ ਅਤੇ ਸ਼ਕਤੀ ਦੇ ਖੇਲ ਦੇ ਵਿੱਚ ਤੁਸੀਂ ਜਾਣਾ ਹੈ। ਮਨ ਜਾ ਚੁੱਕਾ ਹੈ, ਜਿਹੜੇ ਮਨ ਇੱਧਰ ਖੇਲ ਰਹੇ ਨੇ ਉਹਨਾਂ ਨੂੰ ਜਾ ਕੇ ਸਮਝਾਉਣਾ ਹੈ। ਸੋ ਤਰਲੋਕੀ ਦਾ ਹੀ ਅੱਜ ਥੋੜ੍ਹਾ ਜਿਹਾ ਆਪਾਂ ਵਿਚਾਰ ਕਰਾਂਗੇ ਵੀ ਜਦੋਂ ਤਾਂ ਮਨ ਇੱਥੇ ਆ ਕੇ ਪਿਛੋਕੜ ਭੁੱਲ ਜਾਂਦਾ ਹੈ, ਇਸ ਨੂੰ ਨਹੀਂ ਪਤਾ ਵੀ ਮੈਂ ਕਿੱਥੋਂ ਆਇਆ ਹਾਂ, ਮੇਰਾ ਘਰ ਕਿਹੜਾ ਹੈ, ਮੇਰਾ ਮਾਤਾ ਪਿਤਾ ਕੌਣ ਹੈ, ਮੇਰਾ ਨਿੱਜ ਸਰੂਪ ਕੀ ਹੈ, ਉਦੋਂ ਇਸ ਮਨ ਨੂੰ ਕਹਿੰਦੇ ਨੇ ਇਹ ਮਾਇਆ ਵੱਲ ਹੋਣ ਕਰਕੇ ਮਨ ਮੁਖ। ਜਦੋਂ ਇਹੀ ਮਨ ਇੱਧਰ ਆ ਕੇ ਸ਼ਬਦ ਨਾਲ ਜੁੜ ਗਿਆ ਹੈ, ਚੌਥੇ ਪਦ ਵਿੱਚ ਸਨਮੁਖ ਹੋ ਗਿਆ ਹੈ,
ਇਸੇ ਹੀ ਮਨ ਨੂੰ ਕਹਿੰਦੇ ਨੇ ਗੁਰਮੁਖ। ਇਹ ਮਨ ਸ਼ਕਤੀ, ਇਹ ਮਨ ਸਿਓ, ਵੀ ਇਹੀ ਮਨ ਪਰਮਾਤਮਾ ਦਾ ਸਰੂਪ ਹੈ ਅਤੇ ਇਹੀ ਮਨ ਸ਼ਕਤੀ ਦਾ ਰੂਪ ਹੈ, ਮਾਇਆ ਦਾ ਸਰੂਪ ਹੈ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤੱਤ ਕੋ ਜਿਓ। ਹੁਣ ਇਸ ਕਰਕੇ ਗੁਰਮੁਖ ਇੱਧਰ ਆ ਗਿਆ ਹੈ, ਉਸ ਨੂੰ ਖੇਲ ਦੀ ਜਾਣਕਾਰੀ ਹੈ। ਮਨਮੁਖ ਦਾ ਲਿਵ ਟੁੱਟ ਚੁੱਕੀ ਹੈ, ਉਹ ਗੁਰੂ ਦੀ ਸ਼ਰਨ ਵਿੱਚ ਨਹੀਂ ਗਿਆ। ਹੁਣ ਉਸ ਨੇ ਆਪਣੀ ਪਾਉਣ, ਆਪਣੇ ਸਵਾਸ ਖਰਚ ਕਰਨੇ ਸ਼ੁਰੂ ਕੀਤੇ, ਪੰਜਾਂ ਦੇ ਨਾਲ ਰਲਿਆ, ਇਸ ਰਸਤੇ ਚੱਲ ਪਿਆ। ਉਹ ਇਸ ਨੂੰ ਪਹਿਲੋਂ ਤਾਂ ਇੱਥੇ ਲੈ ਗਏ ਜਿੱਥੇ ਉਹਨਾਂ ਨੇ, ਪੰਜਾਂ ਨੇ, ਚੋਰਾਂ ਨੇ ਇਸ ਤੋਂ ਵੰਗਾਰ ਕਰਵਾਈ। ਚਾਹੇ ਅਸੀਂ ਖੇਤੀ ਕੀਤੀ, ਚਾਹੇ ਅਸੀਂ ਨੌਕਰੀ ਕੀਤੀ, ਚਾਹੇ ਅਸੀਂ ਕੁਝ ਹੋਰ ਤਨ ਵਾਸਤੇ ਦਿਹਾੜੀ ਕੀਤੀ, ਜੋ ਵੀ ਅਸੀਂ ਕੀਤਾ, ਇਹ ਬਗਾਨੇ ਦੇਸ਼ ਦੀ ਬਗਾਨੀ ਕਮਾਈ ਸੀ, ਇਹ ਵੰਗਾਰਾ ਸੀ। ਇਸ ਤੋਂ ਕਰਵਾ ਕੇ ਇਸ ਨੂੰ ਵਿਹਲਾ ਨਹੀਂ ਹੋਣ ਦਿੱਤਾ, ਇਸ ਨੂੰ ਇੱਧਰ ਲੈ ਗਏ। ਜਦੋਂ ਇਹ ਕਰਮ ਤੋਂ ਇੱਥੋਂ ਹੋ ਕੇ ਇੱਥੇ ਲੈ ਗਏ ਨੇ, ਇੱਥੇ ਇਸ ਨੇ ਦੂਸਰੇ ਦੀ ਨਿੰਦਿਆ ਅਤੇ ਉਸਤਤ ਸ਼ੁਰੂ ਕਰ ਲਈ। ਜਿਸ ਦੇ ਨਾਲ ਇਸ ਦੇ ਵਿਚਾਰ ਨਹੀਂ ਸੀ ਮਿਲੇ, ਇਹ ਉਸ ਦੀ ਨਿੰਦਿਆ ਕਰਨ ਲੱਗਾ। ਜਿਸ ਦੇ ਨਾਲ ਇਸ ਦੀ ਬਣ ਗਈ ਸੀ, ਉਸ ਦੀ ਉਸਤਤ ਕਰਨ ਲੱਗਾ। ਇਸ ਤਰ੍ਹਾਂ ਇਸ ਨੂੰ ਕਾਲ ਅਤੇ ਕਾਲ ਦੇ ਦੂਤ ਇਸ ਮਾਰਗ 'ਤੇ ਤੋਰ ਕੇ ਸਵਾਸਾਂ ਦੀ ਪੂੰਜੀ ਖਰਚਾਉਣ ਲੱਗੇ। ਹੁਣ ਮਨ ਨੂੰ ਇਸ ਚੀਜ਼ ਦਾ ਗਿਆਨ ਨਹੀਂ ਹੈ ਵੀ ਮੇਰੇ ਨਾਲ ਕੀ ਖੇਲ ਹੋ ਰਿਹਾ ਹੈ। ਹੁਣ ਇਸੇ ਕਰਕੇ ਇੱਥੇ ਭਗਤ ਕਬੀਰ ਜੀ ਗੁਰਬਾਣੀ ਵਿੱਚ ਸਮਝਾਉਂਦੇ ਨੇ ਵੀ ਤੁਸੀਂ ਇਸ ਖੇਲ ਨੂੰ ਵਿਚਾਰੋ, ਕਹੋ ਕਬੀਰ ਜੀਤ ਕੇ ਹਾਰ, ਵੀ ਤੁਸੀਂ ਜਿੱਤ ਰਹੇ ਹੋ ਜਾਂ ਹਾਰ ਰਹੇ ਹੋ। ਜੇ ਤਾਂ ਤੁਸੀਂ ਸਿਰਫ ਅਤੇ ਸਿਰਫ ਇਸ ਤਨ ਤੱਕ ਹੀ ਸੀਮਤ ਹੋ, ਤੁਸੀਂ ਕਰਮ ਕੀਤਾ, ਕਰਮ ਤੱਕ ਹੀ ਆਪਦੇ ਪਰਿਵਾਰ ਨੂੰ ਪਾਲਿਆ, ਪੇਟ ਪੂਰਤੀ ਕੀਤੀ, ਕਰਮ ਤੋਂ ਵਿਹਲੇ ਹੋ ਕੇ ਤੁਸੀਂ ਸੌਂ ਗਏ, ਸਵੇਰੇ ਉੱਠਦੇ ਹੋ, ਫਿਰ ਕਰਮ ਕਰਦੇ ਹੋ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਇੱਕ ਹੀ ਵਿਚਾਰ ਕਰਦੇ ਹੋ ਇਸ ਲੋਕ ਦੀ, ਇਸ ਸੰਸਾਰ ਦੀ, ਅਤੇ ਫਿਰ ਤੁਸੀਂ ਹਾਰ ਰਹੇ ਹੋ। ਤੁਸੀਂ ਇਸ ਤਨ ਨੂੰ ਜਦੋਂ ਛੱਡੋਗੇ, ਤੁਹਾਡਾ ਇਸ ਤਨ ਨੂੰ ਛੱਡਣ ਤੋਂ ਬਾਅਦ ਇਹ ਕਾਲ ਅਤੇ ਕਾਲ ਦੀ ਮਾਇਆ ਇਹੀ ਭਵ ਸਾਗਰ ਬਣ ਜਾਏਗੀ। ਤੁਹਾਡੇ ਵਾਸਤੇ ਇਸ ਨੂੰ ਤਰਨਾ ਔਖਾ ਹੋ ਜਾਏਗਾ। ਉਸ ਵਾਸਤੇ ਕੁਝ ਉਪਰਾਲਾ ਕਰੋ, ਕੁਝ ਕੋਸ਼ਿਸ਼ ਕਰੋ, ਕਿਉਂਕਿ ਸਮਾਂ ਸੀਮਤ ਹੈ, ਖੇਲ ਦਾ ਸਮਾਂ ਫਿਕਸ ਕੀਤਾ ਹੋਇਆ ਹੈ। ਸੋ ਹੁਣ ਗੁਰਮੁਖ ਨੇ ਤਾਂ ਸਮਝਿਆ ਹੈ, ਮਨਮੁਖ ਨੇ ਨਹੀਂ ਸਮਝਿਆ। ਹੁਣ ਉਸ ਨੇ ਆਪ ਦੀ ਸਾਰੀ ਪੂੰਜੀ ਇਹਨਾਂ ਦੋ ਹੱਟਾਂ ਦੇ ਉੱਪਰ ਖਰਚ ਕਰ ਦਿੱਤੀ। ਜਦੋਂ ਅਸੀਂ ਆਪਦੇ ਸਵਾਸਾਂ ਦੀ ਪੂੰਜੀ ਤਮੋ ਗੁਣ ਹੱਟ 'ਤੇ ਜ਼ਿਆਦਾ ਖਰਚ ਕਰਦੇ ਹਾਂ, ਅਤੇ ਜਿੱਥੇ ਮਾਲਕ ਨੇ ਮਨ ਨੂੰ ਖੇਲ ਸਮਝਾਇਆ ਹੈ, ਆਪੇ ਪੱਟੀ ਕਲਮ ਆਪ ਉੱਪਰ ਲਿਖ ਪੀ ਤੂੰ, ਵੀ ਤੂੰ ਆਪਦੇ ਸਵਾਸ ਜਿੱਥੇ ਖਰਚ ਕਰੇਂਗਾ ਤੇਰੇ ਮੁਤਾਬਕ ਫੈਸਲਾ ਹੋਵੇਗਾ। ਇਸ ਕਰਕੇ ਸਿਆਣਾ ਬਣ ਕੇ ਅਕਲ ਤੋਂ ਕੰਮ ਲਈ। ਇਹ ਨਾ ਹੋਵੇ ਵੀ ਤੇਰੇ ਹੱਥ ਹੁਣ ਤੈਨੂੰ ਖੁਦ ਮੁਖਤਿਆਰ ਕੀਤਾ ਹੈ ਅਤੇ ਤੂੰ ਕਿਤੇ ਆਪਦੇ ਉਲਟੀ ਐਸੇ ਕੰਮ ਨਾ ਕਰ ਲਈ ਵੀ ਤੈਨੂੰ ਹੀ ਸਜ਼ਾ ਦਾ ਹੱਕਦਾਰ ਬਣਨਾ ਪੈ ਜੇ। ਹੁਣ ਉਸ ਵਾਸਤੇ ਮਨ ਨੇ ਆਪਦੇ ਸਵਾਸਾਂ ਦੀ ਪੂੰਜੀ ਤਮੋ ਗੁਣ ਹੱਟ 'ਤੇ ਖਰਚ ਕਰ ਦਿੱਤੀ। ਇਸ ਨੂੰ ਕਿਹਾ ਗਿਆ ਹੈ ਪਤਾਲ ਲੋਕ, ਤਰਲੋਕੀ। ਤਰਲੋਕੀ ਦੇ ਵਿੱਚੋਂ ਪਤਾਲ ਲੋਕ ਹੈ, ਜੋ ਧਰਤੀ ਦੇ ਹੇਠਲਾ ਆਪਾਂ ਏਰੀਆ ਦੇਖਦੇ ਹਾਂ। ਧਰਤੀ ਨੂੰ ਭੂਮ ਲੋਕ ਕਹਿਤਾ ਹੈ, ਧਰਤੀ ਤੋਂ ਉੱਪਰਲਾ ਜੋ ਪੋਰਸ਼ਨ ਹੈ ਇਸ ਨੂੰ ਆਕਾਸ਼ ਲੋਕ ਕਹਿ ਦਿੱਤਾ ਹੈ। ਹੁਣ ਜਦੋਂ ਅਸੀਂ ਤਮੋ ਗੁਣੀ ਬਿਰਤੀ ਵਿੱਚ ਆਪਦੇ ਸਵਾਸਾਂ ਦੀ ਪੂੰਜੀ ਖਰਚ ਕਰਦੇ ਹਾਂ, ਸਾਡੇ ਅੰਦਰ ਕਾਮ ਕ੍ਰੋਧ ਹੈਵੀ ਰਹਿੰਦੇ ਨੇ, ਅਸੀਂ ਈਰਖਾ ਦਵੈਤ ਦੀ ਅਗਨ ਵਿੱਚ ਸੜਦੇ ਰਹਿੰਦੇ ਹਾਂ। ਫਿਰ ਸਾਨੂੰ ਉਸ ਅਗਨ ਵਿੱਚ ਹੋਣ ਕਰਕੇ ਉਸ ਅਗਨ ਦੇ ਵਿੱਚ ਤੜਫਦੇ ਰਹਿੰਦੇ ਹਾਂ। ਸਰੀਰ ਛੱਡਣ ਤੋਂ ਬਾਅਦ ਪਤਾਲ ਲੋਕ ਵਿੱਚ ਭੇਜ ਦਿੰਦੇ ਨੇ, ਜਿੱਥੇ ਸਾਨੂੰ ਪਾਣੀ ਦੇ ਵਿੱਚ ਇਹੀ ਮਨ ਹੁੰਦਾ ਹੈ, ਇਹੀ ਆਤਮਾ ਹੁੰਦੀ ਹੈ, ਪਰ ਜੋ ਉੱਪਰ ਆਕਾਰ ਹੈ ਉਹ ਬਦਲ ਦਿੱਤਾ ਜਾਂਦਾ ਹੈ। ਜਿੱਥੇ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਹੈ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਵੀ ਕਰੋੜਾਂ ਹੀ ਜੀਵ ਐਸੇ ਨੇ ਜਿਹੜੇ ਪਤਾਲ ਵਿੱਚ ਰਹਿ ਰਹੇ ਨੇ। 42 ਲੱਖ ਜੀਵ ਜਲ ਮੇ ਰਹਤੇ,
ਵੀ ਇੰਨਾ ਮਾਲਕ ਦਾ ਖੇਲ ਚੱਲਦਾ ਹੈ। 84 ਲੱਖ ਜੂਨ ਇਸ ਤਰਲੋਕੀ ਦੇ ਵਿੱਚ ਚੱਲਦੀ ਹੈ। 42 ਲੱਖ ਜੂਨ ਪਤਾਲ ਲੋਕ ਦੀ ਹੈ, 42 ਲੱਖ ਧਰਤੀ ਦੀ ਅਤੇ ਆਕਾਸ਼ ਦੀ ਮਿਲਾ ਕੇ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਮਹਾਰਾਜ ਸਮਝਾਉਂਦੇ ਨੇ ਵੀ ਮਨਮੁਖ ਪਤਾਲ ਲੋਕ ਵਿੱਚ ਚਲਾ ਗਿਆ, ਸਵਾਸਾਂ ਦੀ ਪੂੰਜੀ ਖਤਮ ਹੋਈ, ਉਸ ਨੂੰ ਪਾਣੀ ਦਾ ਜਾਨਵਰ ਬਣਾ ਕੇ ਸੁੱਟ ਦਿੱਤਾ ਗਿਆ। ਹੁਣ ਉੱਥੇ ਵੀ ਉਹੀ ਕਾਰਜ ਹੈ। ਹੁਣ ਇੱਥੇ ਅਗਨ ਸੀ, ਤੜਫ ਰਿਹਾ ਸੀ, ਸੜ ਰਿਹਾ ਸੀ, ਉਸ ਅਗਨ ਨੂੰ ਸ਼ਾਂਤ ਕਰਨ ਵਾਸਤੇ ਇਸ ਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ ਗਿਆ। ਦੂਸਰਾ ਮਨਮੁਖ ਸੀ, ਉਸਨੇ ਆਪ ਦੀ ਸਵਾਸਾਂ ਦੀ ਪੂੰਜੀ ਇਸ ਮਾਇਆ ਦੀ ਚਿੰਤਾ ਦੇ ਵਿੱਚ ਹੀ ਖਰਚ ਕਰ ਦਿੱਤੀ। ਸਵੇਰੇ ਉੱਠਦਾ ਚਿੰਤਾ ਹੋ ਜਾਂਦੀ ਕਰਮ ਦੀ, ਵੀ ਮੈਂ ਅੱਜ ਕਿਹੜਾ ਕਰਮ ਕਰਾਂ। ਅੰਦਰ ਤ੍ਰਿਸ਼ਨਾ ਪੈਦਾ ਹੋ ਜਾਂਦੀ। ਉਸ ਤ੍ਰਿਸ਼ਨਾ ਦੇ ਵਿੱਚ ਹੀ, ਉਸ ਆਸ਼ਾ ਦੇ ਵਿੱਚ ਹੀ ਉਹ ਸਾਰੀ ਉਮਰ ਲੰਘਾ ਗਿਆ। ਉਸ ਨੇ ਆਪ ਦਾ ਨਹੀਂ ਸਵਾਰਿਆ ਅੱਗਾ, ਉਹ ਇਸ ਮਾਇਆ ਵਾਸਤੇ ਹੀ ਇਸੇ ਨੂੰ ਸੰਭਾਲਦਾ ਰਿਹਾ। ਜੇ ਥੋੜ੍ਹੀ ਸੀ ਤੇ ਉਸ ਨੂੰ ਫਿਕਰ ਚਿੰਤਾ ਪਈ ਰਹੀ ਵੀ ਮੈਂ ਪ੍ਰਾਪਤ ਕਰਨੀ ਹੈ। ਜੇ ਜ਼ਿਆਦਾ ਸੀ ਤੇ ਉਸ ਨੂੰ ਚਿੰਤਾ ਪੈ ਗਈ ਵੀ ਹੁਣ ਇਸ ਨੂੰ ਸੰਭਾਲੇਗਾ ਕੌਣ। ਸੋ ਮਾਇਆ ਨੇ ਉਸ ਨਾਲ ਇੱਥੇ ਖੇਲ ਰਚਿਆ। ਕਿਸੇ ਨੂੰ ਅਮੀਰ ਬਣਾ ਦਿੱਤਾ, ਕਿਸੇ ਨੂੰ ਗਰੀਬ ਬਣਾ ਦਿੱਤਾ। ਅਮੀਰ ਹੈ, ਉਸ ਨੂੰ ਚਿੰਤਾ ਲੱਗੀ ਹੋਈ ਹੈ। ਗਰੀਬ ਹੈ, ਉਸ ਨੂੰ ਫਿਕਰ ਪਿਆ ਹੋਇਆ ਹੈ ਵੀ ਮੈਂ ਕਿੱਥੋਂ ਪ੍ਰਾਪਤ ਕਰਾਂ। ਇਹ ਦੋ ਅਵਸਥਾਵਾਂ ਨੇ ਜਿਹੜੀਆਂ ਸੰਸਾਰ ਵਿੱਚ ਚੱਲਦੀਆਂ ਨੇ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਿਡਾ ਨੀਰੇ। ਵੀ ਨਾ ਤਾਂ ਇਸ ਕਾਲ ਦੇ ਜਾਲ ਤੋਂ ਰਾਜਾ ਹੀ ਬਚਿਆ ਤੇ ਨਾ ਹੀ ਪਰਜਾ ਹੀ ਬਚੀ। ਰਾਜਾ ਵੀ ਦੁਖੀ ਤੇ ਪਰਜਾ ਵੀ ਦੁਖੀ। ਹੁਣ ਰਾਜੇ ਕੋਲ ਮਾਇਆ ਜ਼ਿਆਦਾ ਹੈ, ਉਸ ਨੂੰ ਚਿੰਤਾ ਲੱਗੀ ਹੋਈ ਹੈ ਸੰਭਾਲ ਦੀ, ਤੇ ਪਰਜਾ ਜਿਹੜੀ ਹੈ ਉਹ ਰਾਜੇ ਵੱਲ ਦੇਖ ਰਹੀ ਹੈ। ਉਸ ਨੂੰ ਅੰਦਰ ਫੁਰਨੇ ਚੱਲ ਰਹੇ ਨੇ, ਉਸ ਦੇ ਅੰਦਰ ਇੱਛਾਵਾਂ ਪ੍ਰਗਟ ਹੋ ਰਹੀਆਂ ਨੇ, ਲਾਲਸਾ ਹੈ, ਅੰਦਰ ਤ੍ਰਿਸ਼ਨਾ ਪੈਦਾ ਹੋ ਰਹੀ ਹੈ। ਇਸ ਤਰ੍ਹਾਂ ਅਮੀਰ ਗਰੀਬ ਦਾਤਾ ਮੰਗਤਾ ਇਸ ਰੱਜੋ ਗੁਣ 'ਤੇ ਆ ਕੇ ਖੇਲ ਚੱਲਦਾ ਹੈ। ਇੱਥੇ ਮਹਾਰਾਜ ਕਹਿੰਦੇ ਨੇ ਕੋਈ ਕੀ ਅਵਸਥਾ ਹੈ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਅਸਲੀ ਜਿਹੜਾ ਦਾਤਾ ਸੀ, ਅਸਲੀ ਅੰਦਰ ਦਾ ਖੇਲ ਉਹ ਭੁੱਲੇ ਹੋਏ ਨੇ ਜੀ। ਸੋ ਮਨਮੁਖ ਇਸ ਰਜੋ ਗੁਣ 'ਤੇ ਆਪਦੇ ਸਵਾਸ ਛੱਡ ਗਿਆ। ਉਸ ਨੂੰ ਜਿਵੇਂ ਚਿੰਤਾ ਲੱਗੀ ਹੋਈ ਸੀ ਮਾਇਆ ਇਕੱਠੀ ਕਰਨ ਦੀ, ਉਸ ਨੂੰ ਪਰਮਾਤਮਾ ਨੇ ਇਸ ਧਰਤੀ ਦੀ ਜੂਨ ਵਿੱਚ ਭੇਜ ਦਿੱਤਾ। ਕਿਸੇ ਨੂੰ ਉਤਪੁਜ ਵਿੱਚ ਭੇਜ ਦਿੱਤਾ ਗਿਆ, ਕਿਸੇ ਨੂੰ ਕੋਈ ਧਰਤੀ ਦਾ ਜਾਨਵਰ ਬਣਾ ਦਿੱਤਾ ਗਿਆ, ਜਿਸ ਨਾਲ ਉਹ ਉਸ ਇਲਾਕੇ ਦੇ ਵਿੱਚ ਹੀ ਉੱਥੇ ਹੀ ਉਹ ਵਿਚਰਨ ਲੱਗਾ। ਕੁਝ ਥੋੜ੍ਹਾ ਜਿਹਾ ਤਰਲੋਕੀ ਤੋਂ ਰੱਜੋ ਗੁਣ ਤੋਂ ਉੱਪਰ ਉੱਠ ਕੇ ਕਿਸੇ ਨੇ ਪੁੰਨ ਦਾਨ ਵੀ ਕਰਨੇ ਸ਼ੁਰੂ ਕਰ ਦਿੱਤੇ, ਕਿਸੇ ਨੇ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ, ਕਿਸੇ ਨੂੰ ਦਾਨ ਦੇਣਾ, ਕੱਪੜਾ ਦੇਣਾ, ਲੰਗਰ ਲਾਉਣਾ, ਜਾਂ ਕੋਈ ਕਿਸੇ ਦਾ ਹੋਰ ਜੋ ਸਹੂਲਤ ਨਹੀਂ ਹੈ ਦੁਨਿਆਵੀ, ਉਸ ਨੂੰ ਪ੍ਰਦਾਨ ਕਰ ਦੇਣੀ। ਜਿਸ ਤਰ੍ਹਾਂ ਸੰਸਾਰ ਵਿੱਚ ਬਹੁਤ ਸਾਰੇ ਸਤੋ ਗੁਣੀ ਕਾਰਜ ਹੋ ਰਹੇ ਨੇ। ਪਰ ਜੇ ਅਸੀਂ ਸਿਰਫ ਸਤੋ ਗੁਣ ਤੱਕ ਹੀ ਸੀਮਤ ਰਹਿੰਦੇ ਹਾਂ, ਅਸੀਂ ਨਾਮ ਤੱਕ ਨਹੀਂ ਪਹੁੰਚੇ, ਸ਼ਬਦ ਦੁਆਰਾ ਅਸੀਂ ਮਨ ਨੂੰ ਨਿਰਮਲ ਨਹੀਂ ਕੀਤਾ, ਫਿਰ ਸਤੋ ਗੁਣ 'ਤੇ ਆ ਕੇ ਵੀ ਅਸੀਂ ਇਸ ਬੰਧਨ ਦੇ ਵਿੱਚ ਫਸ ਜਾਂਦੇ ਹਾਂ। ਅਸੀਂ ਪਰਉਪਕਾਰ ਤਾਂ ਕੀਤਾ, ਪਰ ਉਸ ਪਰਉਪਕਾਰ ਦਾ, ਉਸ ਦਾਨ ਦਾ, ਉਸ ਪੁੰਨ ਦਾ ਮਨ ਵਿੱਚ ਗੁਮਾਨ ਆ ਜਾਂਦਾ ਹੈ। ਉਸ ਵਕਤ ਸਾਡੇ ਅੰਦਰ ਸੂਖਮ ਰੂਪ ਵਿੱਚ ਹਉਮੈ ਜਨਮ ਲੈਂਦੀ ਹੈ। ਉਸ ਦਾ ਭੇਤ ਨਹੀਂ ਆਉਂਦਾ। ਜਿਵੇਂ ਜਿਵੇਂ ਉਮਰ ਲੰਘਦੀ ਜਾਂਦੀ ਹੈ, ਉਹ ਹਉਮੈ ਵੱਧਦੀ ਜਾਂਦੀ ਹੈ, ਅਤੇ ਉਹੀ ਹਉਮੈ ਅੰਤ ਸਮੇਂ ਦੁੱਖ ਦੇਣ ਵਾਲਾ ਕੰਡਾ ਬਣਦੀ ਹੈ, ਅਤੇ ਸਰੀਰ ਛੱਡਣ ਲੱਗਿਆਂ ਉਹ ਮਨ ਨੂੰ ਚੁਭਦਾ ਹੈ। ਜਿਸ ਨੂੰ ਮਹਾਰਾਜ ਕਹਿੰਦੇ ਨੇ ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇ, ਜਮ ਕਾਲ ਸਹਿ ਸਿਰ ਡੰਡਾ ਹੈ। ਸੋ ਉਸ ਜੀਵ ਨੂੰ ਉਸ ਦੇ ਪੁੰਨ ਦਾਨ ਦੇ ਬਦਲੇ ਜ਼ਿਆਦਾ ਤੋਂ ਜ਼ਿਆਦਾ ਇਸ ਤਰਲੋਕੀ ਦੇ ਵਿੱਚ ਜੋ ਆਕਾਸ਼ ਲੋਕ ਹੈ ਉੱਥੇ ਪ੍ਰਵੇਸ਼ ਕਰਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਆਕਾਸ਼ ਦੇ ਵਿੱਚ ਅਡਾਰੀ ਮਾਰਦੇ ਨੇ।
ਕੁਝ ਤਾਂ ਐਸੇ ਨੇ ਵੀ ਉਹ ਅੰਤ ਸਮੇਂ ਹੀ ਆਪਦਾ ਸਰੀਰ ਜਦੋਂ ਛੱਡਣਾ ਹੈ ਉਹ ਧਰਤੀ 'ਤੇ ਆਉਂਦੇ ਨੇ, ਨਹੀਂ ਆਪਦੀ ਸਾਰੀ ਉਮਰ ਉਹ ਆਕਾਸ਼ ਵਿੱਚ ਹੀ ਗੁਜ਼ਾਰ ਜਾਂਦੇ ਨੇ, ਕਿਉਂਕਿ ਆਕਾਸ਼ ਲੋਕ ਦਾ ਅੰਤ ਨਹੀਂ ਹੈ। ਇੱਥੇ ਮਹਾਰਾਜ ਕਹਿੰਦੇ ਨੇ ਵੀ ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਇਹ ਬੇਅੰਤ ਹੀ ਹੈ ਆਕਾਸ਼ ਲੋਕ ਵੀ। ਆਪਣੀ ਹੱਦਬੰਦੀ ਹੈ ਨੇਤਰਾਂ ਦੀ ਵੀ ਕੁਝ ਏਰੀਆ ਆਪਾਂ ਨੂੰ ਦਿਖਦਾ ਹੈ, ਪਰ ਇਸ ਤੋਂ ਪਰੇ ਤੱਕ ਆਪਣੀ ਨਿਗਾਹ ਪਹੁੰਚ ਨਹੀਂ ਕਰਦੀ ਜਿੱਥੇ ਉਹ ਸੂਖਮ ਏਰੀਏ ਵਿੱਚ ਇਹ ਜਾਨਵਰ ਆਕਾਸ਼ ਲੋਕ ਦੇ ਵਸਦੇ ਨੇ। ਇਸ ਤਰ੍ਹਾਂ ਕਈ ਜਾਨਵਰਾਂ ਦੀਆਂ ਉਦਾਹਰਨਾਂ ਗੁਰਬਾਣੀ ਵਿੱਚ ਦਿੱਤੀਆਂ ਹੋਈਆਂ ਨੇ ਵੀ ਜਿਹੜੇ ਆਕਾਸ਼ ਲੋਕ ਵਿੱਚ ਵਸਦੇ ਨੇ, ਪੌਣ ਉਹਨਾਂ ਦੀ ਖੁਰਾਕ ਹੈ, ਉਹ ਪੌਣ ਹੀ ਖਾਂਦੇ ਨੇ। ਸਿਰਫ ਉਹ ਅੰਤ ਸਮੇਂ ਉਹਨਾਂ ਨੂੰ ਅਗੰਮ ਦੀ ਖਬਰ ਹੋ ਜਾਂਦੀ ਹੈ, ਉਹ ਆਕਾਰ ਤਿਆਗ ਕਰਨ ਵਾਸਤੇ, ਸਰੀਰ ਛੱਡਣ ਵਾਸਤੇ ਇੱਥੇ ਆ ਕੇ ਚਿਖਾ ਬਣਾਉਂਦੇ ਨੇ ਅਤੇ ਵਿਰਾਗ ਦੇ ਵਿੱਚ ਬਿਰਹ ਦੀ ਚੋਟ ਮਾਰਦੇ ਨੇ, ਆਪਦੇ ਸਰੀਰ ਦੇ ਅੰਦਰੋਂ ਹੀ ਅਗਨ ਪ੍ਰਗਟ ਕਰਦੇ ਨੇ, ਇਸ ਸਰੀਰ ਨੂੰ ਨਸ਼ਟ ਕਰ ਲੈਂਦੇ ਨੇ। ਸੋ ਇਸ ਕਰਕੇ ਗੁਰਬਾਣੀ ਵਿੱਚ ਇਹਨਾਂ ਦੀ ਵੀ ਉਦਾਹਰਨਾਂ ਦਿੱਤੀ ਹੋਈ ਹੈ ਵੀ ਜੇ ਤੁਸੀਂ ਆਕਾਸ਼ ਲੋਕ ਦੇ ਪੰਛੀ ਬਣ ਜਾਓਗੇ, ਉਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇੱਕ ਆਕਾਸ਼ ਤੋਂ ਲੈ ਕੇ ਦੂਸਰੇ ਆਕਾਸ਼ ਤੱਕ ਉਡਾਰੀ ਮਾਰ ਕੇ ਜਾ ਸਕਦੇ ਹੋ, ਉੱਥੋਂ ਅਗਲੇ 'ਤੇ ਜਾ ਸਕਦੇ ਹੋ, ਪਰ ਤੁਹਾਡੇ ਅੰਦਰੋਂ ਜੇ ਨਾਮ ਪ੍ਰਗਟ ਨਹੀਂ ਹੋਇਆ ਤਾਂ ਤੁਸੀਂ ਮੁਕਤ ਨਹੀਂ ਹੋ ਸਕਦੇ। ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੱਸ ਰਹੇ ਨੇ, ਪੰਖੀ ਹੋਏ ਕੇ ਜੇ ਭਵਾਂ ਸਹਿ ਅਸਮਾਨੀ ਜਾਉ, ਵੀ ਜੇ ਤੁਸੀਂ ਇੰਨਾ ਸਫ਼ਰ ਵੀ ਕਰ ਲਿਆ ਪਰ ਜੇ ਨਾਮ ਨਹੀਂ ਵਸਿਆ ਤੇ ਫਿਰ ਵੀ ਨਾਮ ਤੋਂ ਬਿਨਾਂ ਇਹ ਜੀਵਨ, ਇਸ ਤੁਹਾਡਾ ਖੇਲ, ਇਹ ਤੁਸੀਂ ਹਾਰ ਕੇ ਜਾਓਗੇ। ਇਸ ਕਰਕੇ ਮਹਾਰਾਜ ਦੱਸ ਰਹੇ ਨੇ ਵੀ ਤੁਸੀਂ ਨਾਮ ਦੇ ਨਾਲ ਜੁੜਨਾ ਹੈ, ਨਾਮ ਤੱਕ ਪਹੁੰਚਣਾ ਹੈ। ਨਾਮ ਹੀ ਇਸ ਤਰਲੋਕੀ ਦੇ ਵਿੱਚੋਂ ਮਨ ਨੂੰ ਮੁਕਤ ਕਰਾਉਂਦਾ ਹੈ। ਸੋ ਕੁਝ ਐਸੇ ਜੀਵ ਹੁੰਦੇ ਨੇ, ਉਹ ਨਾਮ ਜਪਣਾ ਸ਼ੁਰੂ ਕਰਦੇ ਨੇ, ਸੰਗਤ ਕਰਨਾ ਸ਼ੁਰੂ ਕਰਦੇ ਨੇ, ਉਹਨਾਂ ਦਾ ਰਸਤਾ ਬਦਲ ਜਾਂਦਾ ਹੈ, ਪਰ ਸਮਾਂ ਸੀਮਤ ਹੁੰਦਾ ਹੈ। ਉਹ ਇਸ ਲਿਵ ਦੇ ਮਾਰਗ 'ਤੇ ਚੱਲ ਪੈਂਦੇ ਨੇ, ਪਰ ਸਵਾਸਾਂ ਦੀ ਪੂੰਜੀ ਥੋੜ੍ਹੀ ਹੁੰਦੀ ਹੈ। ਜਦੋਂ ਸਵਾਸਾਂ ਦੀ ਪੂੰਜੀ ਥੋੜ੍ਹੀ ਹੁੰਦੀ ਹੈ, ਸਫ਼ਰ 'ਤੇ ਚੱਲਦਿਆਂ ਚੱਲਦਿਆਂ ਇਸ ਮਾਰਗ 'ਤੇ, ਲਿਵ ਦੇ ਰਸਤੇ 'ਤੇ ਉਹ ਸਵਾਸ ਖਤਮ ਹੋ ਜਾਂਦੇ ਨੇ। ਹੁਣ ਸੁਰਤ ਅਤੇ ਸ਼ਬਦ ਆਪਸ ਵਿੱਚ ਜੁੜੇ ਜ਼ਰੂਰ, ਪਰ ਅਜੇ ਉਹ ਮੰਜ਼ਿਲ ਨਹੀਂ ਮਿਲੀ ਜਿੱਥੇ ਨਾਮ ਦਾ ਖਜ਼ਾਨਾ ਪਿਆ ਸੀ। ਇਸ ਕਰਕੇ ਸਵਾਸ ਖਤਮ ਹੋ ਗਏ। ਹੁਣ ਉਹ ਜੀਵ ਸਵਰਗ ਵਿੱਚ ਜਾਂਦੇ ਨੇ, ਸੁੰਨ ਵਿੱਚ ਜਾਂਦੇ ਨੇ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਚਨ ਹੈ, ਜੋ ਨਿਜ ਪ੍ਰਭ ਮੋਸੋ ਕਹਾ ਸੋ ਕਹੇ ਹੋਂ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਏ। ਜਿਹੜਾ ਜੀਵ ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਨਾਮ ਜਪਣ ਲੱਗ ਪਿਆ ਹੈ, ਪਰ ਅਜੇ ਮਾਲਕ ਦੇ ਸਨਮੁਖ ਨਹੀਂ ਹੋਇਆ, ਸ਼ਬਦ ਨਹੀਂ ਪ੍ਰਗਟ ਹੋਇਆ, ਸਵਾਸ ਖਤਮ ਹੋ ਗਏ, ਪਰ ਉਸ ਨੂੰ ਇੰਨਾ ਫਲ ਮਿਲਿਆ ਵੀ ਥੋੜ੍ਹਾ ਜਿਹਾ ਹੀ ਸਿਮਰਨ, ਥੋੜ੍ਹੀ ਜਿਹੀ ਹੀ ਕੀਤੀ ਹੋਈ ਉਸ ਦੀ ਸੰਗਤ ਨੇ ਉਸ ਨੂੰ ਇਸ 84 ਦੇ ਤਰਲੋਕੀ ਦੇ ਖੇਲ ਵਿੱਚੋਂ ਉੱਪਰ ਉਠਾ ਲਿਆ। ਹੁਣ ਉਹ ਸਵਰਗ ਵਿੱਚ ਚਲਾ ਜਾਂਦਾ ਹੈ। ਇਸ ਸੁੰਨ ਨੂੰ ਸੁਰਗ ਵੀ ਕਹਿੰਦੇ ਨੇ, ਸਵਰਗ। ਸੋ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਜੀਵ ਨੇ ਉਹ ਸਵਰਗ ਵਿੱਚ ਵੀ ਜਾਂਦੇ ਨੇ, ਬਹੁਤ ਸਾਰੇ ਨਰਕਾਂ ਵਿੱਚ ਵੀ ਚੱਲ ਰਹੇ ਨੇ, ਜਿੱਥੇ ਮਹਾਰਾਜ ਗੁਰਬਾਣੀ ਵਿੱਚ ਦੱਸ ਰਹੇ ਨੇ ਕਈ ਕੋਟ ਨਰਕ ਸੁਰਗ ਨਿਵਾਸੀ। ਇਸ ਤਰ੍ਹਾਂ ਹੁਣ ਕਰੋੜਾਂ ਦੀ ਜਿਹੜੇ ਜੀਵ ਨੇ ਉਹ ਸਵਰਗ ਵਿੱਚ ਵੀ, ਸੁੰਨ ਵਿੱਚ ਵੀ ਵਸਦੇ ਨੇ। ਸੋ ਇਸ ਤਰ੍ਹਾਂ ਇਹ ਤਰਲੋਕੀ ਚੱਲਦੀ ਹੈ ਅਤੇ ਚੌਥਾ ਸਵਰਗ ਲੋਕ, ਦੇਵ ਲੋਕ ਚੱਲਦਾ ਹੈ, ਜਿੱਥੇ ਅਸੀਂ ਦੇਹ ਛੱਡ ਕੇ ਸੂਖਮ ਰੂਪ ਹੋ ਕੇ ਉੱਥੇ ਸਾਡੇ ਮਨ ਨੂੰ ਬਿਠਾ ਦਿੱਤਾ ਜਾਂਦਾ ਹੈ। ਸੋ ਇਹ ਅਵਸਥਾਵਾਂ ਮਨ ਦੀਆਂ ਜਿੰਨਾ ਚਿਰ ਅਸੀਂ ਖੇਲ ਵਿੱਚ ਆਉਂਦੇ ਜਾਂਦੇ ਹਾਂ, ਪਰ ਜਦੋਂ ਅਸੀਂ ਸ਼ਬਦ ਪ੍ਰਗਟ ਹੋ ਗਿਆ, ਸ਼ਬਦ ਵਿੱਚ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ, ਅੰਦਰੋਂ ਅੰਮ੍ਰਿਤ ਰਸ ਆ ਗਿਆ, ਸ਼ਬਦ ਵਿੱਚ ਸਮਾ ਕੇ ਆਪਦੇ ਘਰ ਚਲੇ ਗਏ, ਫਿਰ ਸਾਡਾ ਜਨਮ ਮਰਨ ਖੰਡਨ ਹੋ ਜਾਂਦਾ ਹੈ। ਉਸ ਵਕਤ ਮਹਾਰਾਜ ਗੁਰਬਾਣੀ ਵਿੱਚ ਦੱਸ ਰਹੇ ਨੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ।
ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਸੋ ਇੱਥੇ ਚੌਥੇ ਪਦ ਵਿੱਚ ਜਾ ਕੇ ਸਾਡਾ ਮਨ ਜਦੋਂ ਸ਼ਬਦ ਦੇ ਨਾਲ ਜੁੜ ਜਾਂਦਾ ਹੈ, ਫਿਰ ਸਾਡਾ ਆਵਾਗਾਉਣ ਇਹ ਖਤਮ ਹੋ ਜਾਂਦਾ ਹੈ। ਫਿਰ ਅਸੀਂ ਇਸ ਜੀਵਨ ਦੀ ਬਾਜੀ ਨੂੰ ਜਿੱਤ ਜਾਂਦੇ ਹਾਂ। ਫਿਰ ਆਵਾਗਾਉਣ ਤੋਂ ਉੱਪਰ ਉੱਠ ਕੇ ਉਸ ਪਰਮ ਪਦਵੀ ਨੂੰ ਪ੍ਰਾਪਤ ਕਰਦੇ ਹਾਂ, ਜਿੱਥੇ ਜਾ ਕੇ ਇਹ ਮਨ ਇਸ ਖੇਲ ਤੋਂ, ਇਸ ਮਾਇਆ ਦੇ ਘਰ ਤੋਂ ਆਜ਼ਾਦ ਹੋ ਜਾਂਦਾ ਹੈ। ਇਸ ਤੋਂ ਬਿਨਾਂ ਮੁਕਤੀ ਨਹੀਂ ਹੈ। ਇਹ ਸ਼ਬਦ ਦੁਆਰਾ ਹੀ ਮਨ ਇਸ ਤਰਲੋਕੀ ਵਿੱਚੋਂ ਬਾਹਰ ਨਿਕਲਦਾ ਹੈ। ਸੋ ਇਸ ਤਰ੍ਹਾਂ ਜਿਹੜੇ ਗੁਰਮੁਖ ਸ਼ਬਦ ਦੇ ਘਰ ਵਿੱਚ ਪ੍ਰਵੇਸ਼ ਕਰਦੇ ਨੇ, ਉਹਨਾਂ ਦਾ ਮਨ ਇਸ ਤਰਲੋਕੀ ਦੇ ਮਾਇਆ ਦੇ ਜਾਲ ਵਿੱਚੋਂ ਨਿਕਲ ਕੇ ਆਪ ਦੇ ਮੂਲ ਦੇ ਨਾਲ ਜੁੜ ਜਾਂਦਾ ਹੈ। ਉਹ ਫਿਰ ਇਸ ਖੇਲ ਨੂੰ ਉਹ ਜਿੱਤ ਜਾਂਦੇ ਨੇ। ਜਦੋਂ ਫਿਰ ਉਹ ਸ਼ਬਦ ਨਾਲ ਜੁੜੇ ਹੋਏ ਆਪਦੇ ਘਰ ਚਲੇ ਗਏ, ਫਿਰ ਮਹਾਰਾਜ ਕਹਿੰਦੇ ਨੇ ਭਾਵੇਂ ਉਹ ਜੀਵਤ ਨੇ, ਭਾਵੇਂ ਉਹ ਸਰੀਰ ਛੱਡ ਚੁੱਕੇ ਨੇ, ਪਰ ਜਿਨ੍ਹਾਂ ਨੇ ਸ਼ਬਦ ਨੂੰ ਪਛਾਣ ਲਿਆ ਹੈ, ਉਹ ਜਨਮਾਂ ਦੇ ਇਸ ਗੇੜ ਤੋਂ, ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ। ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਦੱਸ ਰਹੇ ਨੇ, ਗੁਰਮੁਖਾਂ ਦੀ ਅਵਸਥਾ ਹੈ ਵੀ ਸ਼ਬਦ ਨਾਲ ਜੁੜੇ ਹੋਏ ਨੇ, ਆਪਦੇ ਘਰ ਆਉਣਾ ਜਾਣਾ ਬਣਾ ਲਿਆ ਹੈ। ਅਤੇ ਜਿਹੜੇ ਮਨਮੁਖ ਨੇ, ਉਹ ਕਰਮ ਨਾਲ ਜੁੜੇ ਹੋਏ ਨੇ, ਪਰ ਸ਼ਬਦ ਤੋਂ ਟੁੱਟ ਚੁੱਕੇ ਨੇ। ਅਤੇ ਮਹਾਰਾਜ ਉਹਨਾਂ ਦੀ ਅਵਸਥਾ ਵੀ ਦੱਸ ਰਹੇ ਨੇ, ਕਰਮ ਕਰੇ ਗੁਰ ਸ਼ਬਦ ਨਾ ਪਛਾਣੇ, ਮਰ ਜਨਮੇ ਵਾਰੋ ਵਾਰਾ। ਅਤੇ ਨਾਮ ਗੁਰਮੁਖ ਬੁੱਝ ਕੇ ਆਪਦੇ ਘਰ ਚਲੇ ਗਏ ਅਤੇ ਇਸ ਜੀਵਨ ਦੀ ਬਾਜੀ ਨੂੰ ਉਹ ਜਿੱਤ ਜਾਂਦੇ ਨੇ, ਅਤੇ ਜਿੱਤ ਕੇ ਸਦਾ ਵਾਸਤੇ ਉਸ ਪਰਮ ਪਦਵੀ ਨੂੰ ਪ੍ਰਾਪਤ ਕਰਦੇ ਨੇ, ਜੋ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੱਸ ਰਹੀ ਹੈ। ਸੋ ਇਹ ਆਉਣਾ ਜਾਣਾ, ਇਸ ਮਨ ਦੀ ਵਿਚਾਰ, ਇਸ ਨੂੰ ਆਪਾਂ ਸਮਝ ਕੇ ਆਪ ਦੀ ਕਲਮ ਅਤੇ ਆਪ ਦੀ ਪੱਟੀ ਨੂੰ ਜਾਗਰੂਕ ਹੋ ਕੇ ਲਿਖਣਾ ਹੈ, ਤਾਂ ਕਿ ਕੁਝ ਐਸਾ ਫੈਸਲਾ ਨਾ ਹੋ ਜਾਏ ਵੀ ਸਾਨੂੰ ਤਰਲੋਕੀ ਵਿੱਚ ਵਾਪਸ ਆਉਣਾ ਪਏ। ਇਹ ਸਾਡੇ ਹੱਥ ਵਿੱਚ ਰੱਖ ਦਿੱਤਾ ਹੈ। ਮਹਾਰਾਜ ਗੁਰਬਾਣੀ ਦਾ ਫਰਮਾਨ, ਫਰੀਦਾ ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ, ਆਪਨੜੀ ਗਰੇਬਾਨ ਮੈਂ ਸਿਰ ਨੀਵਾ ਕਰ ਦੇ। ਸੋ ਇਸ ਅਵਸਥਾ ਵਿੱਚ ਆਪਣੇ ਸਵਾਸਾਂ ਨੂੰ ਬਚਾ ਕੇ ਨਾਮ ਦੇ ਨਾਲ ਜੁੜੀਏ, ਸਵਾਸਾਂ ਦੀ ਪੂੰਜੀ ਨੂੰ ਜਮ੍ਹਾਂ ਕਰਾਉਣਾ ਹੈ ਅਤੇ ਜਿਉਂਦੇ ਜੀ ਇਸ ਸੱਚੇ ਸ਼ਬਦ ਦੇ ਸਨਮੁਖ ਹੋਣਾ ਹੈ, ਤਾਂ ਕੋਈ ਸਾਡਾ ਇਹ ਜਮ੍ਹਾਂ ਤੋਂ ਮਨ ਭੈ ਮੁਕਤ ਹੋ ਕੇ ਨਿਜ ਘਰ ਦੇ ਵਿੱਚ ਅਸੀਂ ਪ੍ਰਵੇਸ਼ ਕਰ ਸਕੀਏ। ਸੋ ਇਹਨੇ ਵਿਚਾਰ ਕਰਦੇ ਹਾਂ ਗੁਰਮੁਖ ਪਿਆਰਿਓ, ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।